ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪਾਂ ਪਿਛਲੇ ਹਫ਼ਤੇ ਵਿਚਾਰ ਕੀਤਾ ਸੀ ਇਸ ਪੌੜੀ ਦਾ। ਮੰਨੇ ਪਰਵਾਰੈ ਸਾਧਾਰ, ਮੰਨੇ ਤਰੈ ਤਾਰੇ ਗੁਰ ਸਿੱਖ, ਮੰਨੇ ਨਾਨਕ ਭਵੈ ਨ ਭਿਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ। ਤੋ ਉਸ ਤੋਂ ਬਾਅਦ ਅੱਜ ਆਪਾਂ ਫਿਰ ਵਿਚਾਰ ਕਰਨ ਲੱਗੇ ਹਾਂ ਇਸ ਤੋਂ ਅਗਲੀ ਪੌੜੀ ਦਾ, ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਾਹ। ਤੋ ਆਓ ਸਭ ਤੋਂ ਪਹਿਲਾਂ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਸ ਪੌੜੀ ਦਾ ਵਿਚਾਰ ਕਰੀਏ। ਉਸ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਜਿਹੜੀ ਹੈ ਉਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਣ, ਪੰਚੇ ਸੋ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਨੇ ਨਾਹੀ ਸੁਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਤਵਲੇ ਉਪਰ ਕੀਤਾ ਪਾਰ, ਧਰਤੀ ਹੋਰ ਪਰੇ ਹੋਰ, ਤਿਸਤੇ ਭਾਰ ਤਲੇ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਉੜੀ ਕਲਾਮ, ਏ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੇਤਾ ਤਾਣ ਸਵਾਲਿਓ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲਖ ਦਰਿਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਨੇ ਸਾਨੂੰ ਇੱਕ ਵਿਚਾਰ ਦਿੱਤਾ ਹੈ ਕਿ ਜੋ ਗੁਰਮੁਖ ਰੂਹਾਂ ਪ੍ਰਮਾਤਮਾ ਦੀ ਭਗਤੀ ਕਰਦੀਆਂ, ਗੁਰੂ ਤੋਂ ਨਾਮ ਪ੍ਰਾਪਤ ਕਰਕੇ ਗੁਰੂ ਦੇ ਨਾਮ ਸਿਮਰਨ ਦੇ ਸਦਕਾ ਉਹਨਾਂ ਦੀ ਸ਼ਰਮ ਜਿਹੜੀ ਹੁੰਦੀ ਹੈ, ਉਹਨਾਂ ਦੀ ਜਿਹੜੀ ਮਿਹਨਤ ਹੁੰਦੀ ਹੈ, ਉਹਨਾਂ ਦੀ ਜਿਹੜੀ ਮੁਸ਼ੱਕਤ ਹੁੰਦੀ ਹੈ, ਉਸ ਦਾ ਫਲ ਇਹ ਪ੍ਰਾਪਤ ਹੁੰਦਾ ਹੈ ਕਿ 10ਵੇਂ ਦੁਆਰ ਦੇ ਵਿੱਚ ਅਣਹੱਦ ਧੁਨ ਵੱਜਣੀ ਸ਼ੁਰੂ ਹੋ ਜਾਂਦੀ ਹੈ, ਔਰ ਇਸ ਦੇ ਸੁਣਿਆ ਹੀ ਸਾਰੀਆਂ ਪ੍ਰਾਪਤੀਆਂ ਹੋ ਜਾਂਦੀਆਂ। ਗੁਰੂ ਸਾਹਿਬ ਕਹਿੰਦੇ ਆ, ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ, ਪਾਰ ਬ੍ਰਹਮ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਭਾਈ, ਇਹ ਜਿਹੜਾ ਹੈ ਨਾ ਪਾਰ ਬ੍ਰਹਮ ਦੀ ਪ੍ਰਾਪਤੀ ਜਿਹੜੀ ਹੈ, ਉਹ ਆਚਰਨ ਵੀ ਸਾਡਾ ਜਿਹੜਾ ਹੈ ਉਹ ਚੰਗਾ ਹੋਣਾ ਚਾਹੀਦਾ ਹੈ। ਜਿੱਥੇ ਅਸੀਂ ਨਾਮ ਸਿਮਰਨ ਕਰਨਾ ਹੈ
ਉੱਥੇ ਸਾਡੇ ਕਰਮ ਜਿਹੜੇ ਹੈ, ਸਾਡਾ ਆਚਰਨ ਜਿਹੜਾ ਹੈ ਉਹ ਵੀ ਸੁੱਚਾ ਹੋਣਾ ਚਾਹੀਦਾ ਹੈ। ਤੇ ਗੁਰੂ ਸਾਹਿਬ ਸਾਨੂੰ ਹੁਣ ਬਖਸ਼ਿਸ਼ ਕਰਦੇ ਆ ਵੀ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਾ ਮਾਨ ਪੰਚੇ ਸੋ ਹੈ ਦਰ ਰਾਜਾਨ। ਸਤਿਗੁਰੂ ਸਾਨੂੰ ਸਮਝਾਉਂਦਾ ਹੈ ਭਾਈ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੋਈ ਹੈ ਜਪਜੀ ਸਾਹਿਬ ਦੇ ਵਿੱਚ ਹੀ ਸਾਨੂੰ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ ਸਾਰੇ ਗੁਣ ਹੀ ਪਰਮਪਿਤਾ ਪਰਮਾਤਮਾ ਦੇ ਹੈ, ਔਰ ਆਪਣੇ ਅੰਤਰ ਹਿਰਦੇ ਦੇ ਵਿੱਚ ਜਿੰਨਾ ਚਿਰ ਅਸੀਂ ਗੁਣਾਂ ਦੀ ਪ੍ਰਾਪਤੀ ਨਹੀਂ ਕਰਾਂਗੇ ਉਹਨਾਂ ਚਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਏਗੀ, ਕਿਉਂਕਿ ਗੁਣ ਜਿਹੜੇ ਹੈ ਉਹ ਪਰਮਾਤਮਾ ਦੇ ਹੀ ਹੈ। ਉਹ ਪਰਮਾਤਮਾ ਦੇ ਗੁਣਾਂ ਦਾ ਸਦਕਾ ਹੀ ਭਗਤੀ ਹੁੰਦੀ ਹੈ, ਔਰ ਭਗਤੀ ਦੇ ਸਦਕਾ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਹੁਣ ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ ਵੀ ਭਾਈ ਐਸੇ ਗੁਣ ਕਿਹੜੇ ਹੈ। ਇੱਕ ਗੁਰੂ ਸਾਹਿਬ ਨੇ ਸਾਨੂੰ ਇੱਕ ਭੇਦ ਦੱਸਿਆ ਹੋਇਆ ਹੈ ਕਿ ਪੰਚ ਪਰਵਾਨ ਪੰਚ ਪ੍ਰਧਾਨ, ਪੰਜ ਗੁਣ ਜਿਹੜੇ ਹੈ ਉਹ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਾਪਤੀ ਕਰਨ ਵਾਸਤੇ, ਪਰਮਾਤਮਾ ਦੇ ਦਰਸ਼ਦਾਰੇ ਕਰਨ ਵਾਸਤੇ, ਸੱਚਖੰਡ ਦੀ ਪ੍ਰਾਪਤੀ ਕਰਨ ਵਾਸਤੇ, ਪਰਮਾਤਮਾ ਦੇ ਨਾਲ ਜੋਤ ਦੇ ਵਿੱਚ ਅਭੇਦ ਹੋਣ ਵਾਸਤੇ ਇੱਕ ਪੰਜ ਜਿਹੜੇ ਗੁਣ ਹੈ ਉਹ ਪਰਮਾਤਮਾ ਵੱਲੋਂ ਇੱਕ ਵੈਲਿਡ ਹੈ, ਭਾਵ ਉਹ ਪ੍ਰਮਾਣਿਤ ਹੈ। ਜਿਹੜੇ ਗੁਣ ਪੰਜ ਕਿਸੇ ਵੀ ਰੂਹ ਦੇ ਕੋਲ ਪਹੁੰਚ ਜਾਂਦੇ ਹੈ, ਰੂਹ ਦੇ ਹਿਰਦੇ ਦੇ ਵਿੱਚ ਸਮਾ ਜਾਂਦੇ ਹੈ, ਰੂਹ ਦੇ ਵਿੱਚ ਸਮਾ ਜਾਂਦੇ ਹੈ, ਉਹ ਰੂਹਾਂ ਪੰਜ ਪ੍ਰਧਾਨ ਦਾ ਰੂਪ ਧਾਰਨ ਕਰ ਜਾਂਦੀਆਂ, ਔਰ ਉਹ ਪੰਜ ਗੁਣ ਜਿਹੜੇ ਹੈ ਉਹ ਇਸ ਦੇ ਵਿੱਚ ਸਹਾਈ ਹੁੰਦੇ ਆ, ਪ੍ਰਧਾਨ ਹੁੰਦੇ ਆ ਪਰਮਾਤਮਾ ਦੀ ਪ੍ਰਾਪਤੀ ਕਰਨ ਦੇ ਵਿੱਚ। ਹੁਣ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਇੱਥੇ ਸਾਨੂੰ ਨਹੀਂ ਦੱਸਿਆ ਗਿਆ ਕਿ ਪੰਜ ਗੁਣ ਕਿਹੜੇ ਆ, ਅੱਗੇ ਜਾ ਕੇ ਦੱਸਿਆ ਹੋਇਆ ਅਗਲੀ ਤੁਕ ਦੇ ਵਿੱਚ ਕਿ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਇਹ ਤਿੰਨ ਗੁਣਾਂ ਦੀ ਗੁਰੂ ਸਾਹਿਬ ਨੇ ਇੱਥੇ ਵਿਚਾਰਧਾਰਾ ਸਾਨੂੰ ਦੱਸੀ ਹੈ। ਬਾਕੀ ਉਮੂਮਨ ਪੰਜ ਗੁਣ ਜਿਹੜੇ ਐਸੇ ਹੈ ਜਿਨ੍ਹਾਂ ਨੂੰ ਅਸੀਂ ਧਰਮ, ਦਇਆ, ਸੰਤੋਖ, ਸੱਚ ਔਰ ਧੀਰਜ, ਇਹ ਪੰਜ ਗੁਣ ਜਿਹੜੇ ਹੈ ਧਰਮ ਦੇ ਵਿੱਚ ਸਹਾਈ ਹੁੰਦੇ ਆ, ਪਰਮਾਤਮਾ ਦੀ ਪ੍ਰਾਪਤੀ ਦੇ ਵਿੱਚ ਸਹਾਈ ਹੁੰਦੇ ਆ। ਜਿਨ੍ਹਾਂ ਰੂਹਾਂ ਦੇ ਕੋਲ ਇਹ ਪੰਜ ਗੁਣ ਆ ਜਾਂਦੇ ਆ, ਉਹ ਪੰਜ ਗੁਣਾਂ ਦੇ ਸਦਕਾ ਪਰਮਾਤਮਾ ਤੋਂ ਉਹ ਰੂਹਾਂ ਪਿਆਰੀਆਂ ਹੋ ਜਾਂਦੀਆਂ, ਔਰ ਉਹ ਪੰਜ ਗੁਣ ਹੀ ਪਰਮਾਤਮਾ ਦੇ ਦਰ ਤੇ ਪ੍ਰਧਾਨ ਹੁੰਦੇ ਆ, ਜਿਨ੍ਹਾਂ ਦੇ ਸਦਕਾ ਮਤਲਬ ਪਰਮਪਿਤਾ ਪਰਮਾਤਮਾ ਆਪਣੀ ਪਿਆਰ ਵਾਲੀ ਰੂਹ ਨੂੰ, ਆਪਣੀ ਭਗਤ ਕਰਨ ਵਾਲੀ ਰੂਹ ਨੂੰ, ਗੁਰਮੁਖ ਪਿਆਰੇ ਨੂੰ, ਗੁਰਸਿੱਖ ਨੂੰ, ਸੰਤ ਨੂੰ ਪਿਆਰ ਕਰਨ ਲੱਗ ਜਾਂਦੇ ਆ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਇਹੀ ਪੰਜ ਗੁਣ ਜਿਹੜੇ ਭਾਈ ਪਰਮਾਤਮਾ ਨੂੰ ਪ੍ਰਵਾਨ ਹੈ, ਇਹੀ ਪਰਮਾਤਮਾ ਦੇ ਦੁਆਰੇ ਦੇ ਉੱਤੇ ਪ੍ਰਧਾਨ ਹੈ, ਸਾਰੀ ਸ੍ਰਿਸ਼ਟੀ ਦੇ ਵਿੱਚ ਇਹ ਪ੍ਰਧਾਨ ਹੈ। ਤੇ ਪੰਚੇ ਪਾਵੈ ਦਰਗਾਹ ਮਾਨ, ਇਹੀ ਪੰਜ ਗੁਣ ਜਿਹੜੇ ਹੈ ਪਰਮਾਤਮਾ ਦੇ ਦਰਗਾਹ ਦੇ ਵਿੱਚ, ਸੱਚਖੰਡ ਦੇ ਵਿੱਚ ਜਿਹੜੇ ਹੈ ਉਹ ਮਾਣ ਪ੍ਰਾਪਤ ਕਰਦੇ ਆ, ਔਰ ਸਾਡੀ ਰੂਹ ਨੂੰ ਸਤਿਕਾਰ ਮਿਲਦਾ ਹੈ, ਸਾਡੀ ਰੂਹ ਨੂੰ ਸੱਚਖੰਡ ਦੇ ਉੱਤੇ ਜੀ ਆਇਆਂ ਆਖਿਆ ਜਾਂਦਾ ਹੈ, ਪਰਮਾਤਮਾ ਵੱਲੋਂ ਇੱਕ ਆਸਣ ਦਿੱਤਾ ਜਾਂਦਾ ਹੈ, ਔਰ ਜਿੱਥੇ ਬੈਠ ਕੇ ਅਸੀਂ ਨਾਮ ਸਿਮਰਨ ਕਰਦੇ ਹੋਏ ਪਰਮਾਤਮਾ ਦੇ ਦਰਸ਼ਦਾਰੇ ਕਰਦੇ ਹਾਂ। ਪੰਚੇ ਸੋ ਹੈ ਦਰ ਰਾਜਾਨ, ਦਰ ਰਾਜਾਨ ਭਾਵ ਸੱਚਖੰਡ ਦੇ ਦੁਆਰੇ ਦੇ ਉੱਤੇ ਪਰਮਾਤਮਾ ਜੋ ਸਾਰੀ ਸ੍ਰਿਸ਼ਟੀ ਦਾ ਰਾਜਾ, ਉਸ ਰਾਜੇ ਦੇ ਦਰ ਦੇ ਉੱਤੇ ਇਹ ਪੰਜ ਪ੍ਰਵਾਨ ਜਿਹੜੇ ਆ ਸੌਂਦੇ ਆ, ਭਾਵ ਉਹਨਾਂ ਨੂੰ ਆਸਣ ਮਿਲ ਜਾਂਦਾ ਹੈ, ਉਹਨਾਂ ਨੂੰ ਬੈਠਣ ਦਾ ਆਸਣ ਮਿਲ ਕੇ ਉਹਨਾਂ ਨੂੰ ਇਹ ਹੁਕਮ ਹੁੰਦਾ ਹੈ ਕਿ ਇੱਥੇ ਬੈਠ ਕੇ ਤੁਸੀਂ ਦਰਸ਼ਦਾਰੇ ਕਰੋ ਔਰ ਨਾਮ ਸਿਮਰਨ ਕਰੋ। ਇਸ ਤਰ੍ਹਾਂ ਦੇ ਨਾਲ ਇਹ ਗੁਰੂ ਸਾਹਿਬ ਕਹਿੰਦੇ ਆ ਵੀ ਇਹਨਾਂ ਪੰਜਾਂ ਗੁਣਾਂ ਦੀ ਪ੍ਰਾਪਤੀ ਜਿਹੜੀ ਹੈ ਉਹ ਕਿਵੇਂ ਹੁੰਦੀ ਹੈ। ਤੇ ਗੁਰੂ ਸਾਹਿਬ ਅਖੀਰਲੀ ਗੱਲ ਸਾਨੂੰ ਦੱਸਦੇ ਆ ਕਿ ਪੰਚਾਂ ਕਾ ਗੁਰ ਏਕ ਧਿਆਨ, ਇਹ ਪੰਜ ਗੁਣ ਤਾਂ ਹੀ ਪ੍ਰਾਪਤ ਹੁੰਦੇ ਆ ਜਦੋਂ ਅਸੀਂ ਪਰਮਾਤਮਾ ਦੇ ਚਰਨਾਂ ਦੇ ਵਿੱਚ, ਇੱਕ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਸੀਂ ਧਿਆਨ ਜੋੜਦੇ ਹਾਂ, ਸੁਰਤੀ ਜੋੜਦੇ ਹਾਂ, ਉਦੋਂ ਇਹ ਪੰਜ ਗੁਣ ਸਾਡੇ ਅੰਤਰ ਹਿਰਦੇ ਦੇ ਵਿੱਚ, ਸਾਡੀ ਰੂਹ ਦੇ ਵਿੱਚ ਸਮਾ ਜਾਂਦੇ ਆ, ਪ੍ਰਗਟ ਹੋ ਜਾਂਦੇ ਆ। ਧਰਮ, ਦਇਆ, ਸੰਤੋਖ, ਸੱਚ ਔਰ ਧੀਰਜ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਰਨੇ ਨਹੀਂ ਸੁਮਾਰ।
ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਹੁਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਬਖਸ਼ਿਸ਼ ਕਰਦੇ ਆ ਕਿ ਗੁਰਮੁਖ ਪਿਆਰਿਓ, ਇਹ ਧਿਆਨ ਜਿਹੜਾ ਹੈ ਇਹ ਪੰਜਾਂ ਗੁਣਾਂ ਦਾ ਜਿਹੜਾ ਅਸੀਂ ਜਦੋਂ ਕਰਦੇ ਹਾਂ ਨਾ, ਧਿਆਨ ਪਰਮਾਤਮਾ ਦੇ ਚਰਨਾਂ 'ਚ ਜਦੋਂ ਕਰਦੇ ਹਾਂ ਤੇ ਇਹ ਪੰਜਾਂ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਹੁਣ ਗੁਰੂ ਸਾਹਿਬ ਕਹਿੰਦੇ ਜੇ ਕੋ ਕਹੇ ਕਰੇ ਵਿਚਾਰ, ਇਹ ਪੰਜਾਂ ਗੁਣਾਂ ਦਾ ਵਿਚਾਰ ਕਰੇ, ਕਹੇ ਕਿ ਇਹ ਗੁਣ ਕੈਸੇ ਹੈ ਤੇ ਵਿਚਾਰ ਕਰੇ, ਤੇ ਗੁਰੂ ਸਾਹਿਬ ਕਹਿੰਦੇ ਆ ਵੀ ਕਰਤੇ ਕਹਿ ਕਰਨੇ ਨਾਹੀ ਸੁਮਾਰ। ਉਸ ਕਰਤੇ ਪਰਮਪਿਤਾ ਪਰਮਾਤਮਾ ਦੇ ਕੀਤੇ ਹੋਏ ਜਿਹੜੇ ਆ ਨਾ ਵਿਚਾਰ, ਜਿਹੜੇ ਪ੍ਰਵਾਨ ਗੁਣ ਹੈ, ਉਹਨਾਂ ਦਾ ਕੋਈ ਸੁਮਾਰ ਨਹੀਂ ਹੈ। ਮਤਲਬ ਉਹ ਇੰਨੀ ਤਾਕਤ ਰੱਖਦੇ ਹੈ ਕਿ ਪਰਮਪਿਤਾ ਪਰਮਾਤਮਾ ਦੀ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਔਰ ਪਰਮਪਿਤਾ ਪਰਮਾਤਮਾ ਵੱਲੋਂ ਉਹਨਾਂ ਨੂੰ ਆਪਣੀਆਂ ਸਾਰੀਆਂ ਪਾਵਰਾਂ ਜਿਹੜੀਆਂ ਹੈ ਉਹ ਬਖਸ਼ ਦਿੱਤੀਆਂ ਜਾਂਦੀਆਂ, ਉਸ ਰੂਹ ਨੂੰ ਜਿਸ ਦੇ ਅੰਦਰ ਇਹ ਪ੍ਰਗਟ ਹੋ ਜਾਂਦੇ। ਕਰਤੇ ਕਹਿ ਕਰਨੇ ਨਾਹੀ ਸੁਮਾਰ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਧੌਲ ਧਰਮ, ਇਹ ਪੰਜ ਗੁਣਾਂ ਚੋਂ ਤਿੰਨ ਗੁਣ ਜਿਹੜੇ ਹੈ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ ਹੁਣ ਕਿ ਉਹਨਾਂ ਦਾ ਕਰਮ ਕੀ ਹੈ ਸ੍ਰਿਸ਼ਟੀ ਦੇ ਵਿੱਚ। ਧੌਲ ਧਰਮ, ਸਭ ਤੋਂ ਵੱਡਾ ਗੁਣ ਇਹ ਹੈ ਕਿ ਸਾਰੇ ਸੰਸਾਰ ਦੇ ਲੋਕ, ਔਰ ਖਾਸ ਕਰਕੇ ਹਿੰਦ ਮਹਾਸਾਗਰ ਦੇ ਜਾਂ ਹਿੰਦੁਸਤਾਨ ਦੇ ਜਾਂ ਏਸ਼ੀਆ ਦੇ ਲੋਕ ਜਿਹੜੇ ਹੈ ਉਹ ਇਹ ਸਮਝਦੇ ਹੈ ਕਿ ਧਰਤੀ ਦੇ ਥੱਲੇ ਇੱਕ ਧੌਲ ਖੜਾ ਹੋਇਆ ਕਿ ਜਿਹੜਾ ਉਹ ਆਪਣੇ ਸਿੰਗਾਂ ਦੇ ਉੱਤੇ ਉਸ ਨੂੰ ਚੱਕ ਰੱਖਿਆ, ਔਰ ਧਰਤੀ ਨੂੰ ਇਸ ਤਰ੍ਹਾਂ ਦੇ ਨਾਲ ਉਹ ਬਲੈਸ ਦੇ ਵਿੱਚ ਕੀਤਾ ਹੋਇਆ। ਪਰ ਗੁਰੂ ਸਾਹਿਬ ਕਹਿੰਦੇ ਆ ਭਾਈ ਇਹ ਧੌਲ ਜਿਹੜਾ, ਇਹ ਧੌਲ ਕੋਈ ਬਲਦ ਨਹੀਂ ਹੈ, ਇਹ ਤਾਂ ਧੌਲ ਜਿਹੜਾ ਹੈ ਧਰਮ ਦਾ ਧੌਲ ਹੈ। ਭਾਵ ਧਰਮ ਹੈ। ਧਰਮ ਇੱਕ ਐਸੀ ਸ਼ਕਤੀ ਰੱਖਦਾ ਕਿ ਜਿਸ ਨੇ ਇਹ ਸੰਸਾਰ ਦੀ ਸ੍ਰਿਸ਼ਟੀ ਨੂੰ, ਸਾਰੀ ਸ੍ਰਿਸ਼ਟੀ ਨੂੰ, ਕੁਦਰਤ ਨੂੰ ਜਿਹੜਾ ਕਿ ਇੱਕ ਬੈਲੈਂਸ ਦੇ ਵਿੱਚ ਰੱਖਿਆ ਹੋਇਆ ਹੈ। ਧੌਲ ਧਰਮ, ਇਹ ਧੌਲ ਤਾਂ ਭਾਈ ਧਰਮ ਹੀ ਹੈ, ਔਰ ਇਹ ਧਰਮ ਵੀ ਗੁਰੂ ਸਾਹਿਬ ਕਹਿੰਦੇ ਵੀ ਉਹ ਹੈ ਕਿ ਦਇਆ ਦਾ ਪੂਤ ਹੈ। ਜਦੋਂ ਸ੍ਰਿਸ਼ਟੀ ਦੇ ਵਿੱਚ ਕੋਈ ਰੂਹਾਂ ਦਇਆ ਧਾਰਨ ਕਰਦੀਆਂ ਸੰਸਾਰ ਦੇ ਜੀਵਾਂ ਦੇ ਉੱਤੇ, ਸੰਸਾਰ ਦੇ ਮਨੁੱਖਾਂ ਦੇ ਉੱਤੇ, ਸੰਸਾਰ ਦੇ ਪਸ਼ੂਆਂ ਉੱਤੇ, ਪਕਸ਼ੀਆਂ ਉੱਤੇ, ਪੇੜ ਪੌਦਿਆਂ ਉੱਤੇ, ਸਮੁੰਦਰ ਨਦੀਆਂ ਨਾਲਿਆਂ ਦੇ ਉੱਤੇ ਜਦੋਂ ਵੀ ਕਿਸੇ ਵੀ ਤਰੀਕੇ ਨਾਲ ਕੋਈ ਦਇਆ ਧਾਰਨ ਕੀਤੀ ਜਾਂਦੀ ਹੈ ਨਾ, ਤੇ ਉਦੋਂ ਗੁਰੂ ਸਾਹਿਬ ਕਹਿੰਦੇ ਵੀ ਇਹ ਧਰਮ ਦਾ ਗੁਣ ਪੈਦਾ ਹੋ ਜਾਂਦਾ ਹੈ। ਤੇ ਦਇਆ ਦਾ ਧਰਮ, ਜਿਹੜਾ ਦਇਆ ਦਾ ਜਿਹੜਾ ਹੈ ਗੁਣ, ਇਹ ਗੁਰੂ ਸਾਹਿਬ ਕਹਿੰਦੇ ਕਿ ਜਦੋਂ ਸਾਡਾ ਮਨ ਪਰਮਾਤਮਾ ਨੂੰ ਸਮਰਪਿਤ ਹੋ ਜਾਂਦਾ ਹੈ, ਨਿਮਰਤਾ ਦੇ ਵਿੱਚ ਆ ਜਾਂਦਾ ਹੈ, ਤੇ ਉਦੋਂ ਸਾਡੇ ਅੰਤਰ ਹਿਰਦੇ ਦੇ ਵਿੱਚ ਇੱਕ ਦਇਆ ਪ੍ਰਾਪਤ ਹੋ ਜਾਂਦੀ ਹੈ। ਔਰ ਉਸ ਦਇਆ ਦੇ ਸਦਕਾ ਜਦੋਂ ਅਸੀਂ ਦਇਆ ਕਰਦੇ ਹਾਂ ਕਿਸੇ ਦੇ ਉੱਤੇ, ਉਦੋਂ ਇਹ ਸਾਡੇ ਧਰਮ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਧਰਮ ਦਾ ਗੁਣ ਵੀ ਪ੍ਰਾਪਤ ਹੋ ਜਾਂਦਾ ਔਰ ਦਇਆ ਦਾ ਗੁਣ ਵੀ ਪ੍ਰਾਪਤ ਹੋ ਜਾਂਦਾ। ਤੇ ਗੁਰੂ ਸਾਹਿਬ ਕਹਿੰਦੇ ਵੀ ਫਿਰ ਅੱਗੇ ਇੱਕ ਸੰਤੋਖ ਦਾ ਗੁਣ ਹੈ, ਜਿਸ ਨੇ ਕਿ ਸਾਰੀ ਸ੍ਰਿਸ਼ਟੀ ਨੂੰ ਸੂਤ ਦੇ ਵਿੱਚ ਕਰਕੇ ਰੱਖਿਆ ਹੋਇਆ, ਭਾਵ ਬੈਲੈਂਸ ਕੀਤਾ ਹੋਇਆ। ਸੰਤੋਖ ਥਾਪ ਰੱਖਿਆ ਜਿਨ ਸੂਤ। ਸੰਤੋਖ ਜਿਹੜਾ ਹੈ, ਜਿਹਨੂੰ ਅਸੀਂ ਸਬਰ ਕਹਿੰਦੇ ਆ, ਉਹ ਸਬਰ ਜਿਹੜਾ ਹੈ ਇੱਕ ਐਸੀ ਪਾਵਰ ਰੱਖਦਾ ਹੈ ਕਿ ਉਸ ਨੇ ਸਾਰੀ ਸ੍ਰਿਸ਼ਟੀ ਨੂੰ ਇੱਕ ਸੂਤ ਦੇ ਵਿੱਚ ਬੰਨਿਆ ਹੋਇਆ, ਇੱਕ ਸੂਤ ਦੇ ਵਿੱਚ ਬੰਨ ਕੇ ਸਥਾਪਿਤ ਕਰ ਰੱਖਿਆ ਸਾਰੀ ਸ੍ਰਿਸ਼ਟੀ ਨੂੰ। ਉਹ ਕਦੇ ਵੀ ਸ੍ਰਿਸ਼ਟੀ ਜਿਹੜੀ ਹੈ ਉਹ ਸੂਤ ਤੋਂ ਬਾਹਰ ਨਹੀਂ ਨਿਕਲਦੀ, ਮਤਲਬ ਆਪਣੇ ਆਪ ਦੇ ਵਿੱਚ ਚਲਾਇਮਾਨ ਨਹੀਂ ਹੁੰਦੀ ਕਿ ਜਿੰਨਾ ਚਿਰ ਪਰਮਾਤਮਾ ਦਾ ਹੁਕਮ ਨਾ ਹੋਵੇ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਇਸ ਅਵਸਥਾ ਨੂੰ ਭਾਈ ਜੇ ਤੁਸੀਂ ਕੋਈ ਸਮਝੋ, ਜੇ ਕੋ ਬੂਝੈ ਹੋਵੈ ਸਚਿਆਰ, ਜਿਸ ਨੇ ਇਸ ਅਵਸਥਾ ਨੂੰ ਸਮਝ ਲਿਆ, ਸ੍ਰਿਸ਼ਟੀ ਦੀ ਅਵਸਥਾ ਨੂੰ, ਪਰਮਾਤਮਾ ਦੀ ਕਰਨੇ ਨੂੰ, ਤੇ ਗੁਰੂ ਸਾਹਿਬ ਕਹਿੰਦੇ ਆ ਉਹ ਬੰਦਾ ਜਿਹੜਾ ਨਾ ਭਾਈ ਸਚਿਆਰ ਹੋ ਜਾਂਦਾ ਹੈ, ਭਾਵ ਪਰਮਾਤਮਾ ਵਰਗਾ ਸਰੂਪ, ਨਿਰਮਲ ਸਰੂਪ ਹੋ ਜਾਂਦਾ ਹੈ, ਨਿਰਮਲ ਜੋਤ ਹੋ ਜਾਂਦੀ ਹੈ। ਰੂਹ ਜਿਹੜੀ ਹੈ ਉਹ ਪਰਮਾਤਮਾ ਦੀ ਜੋਤ ਦੇ ਸਮਾਨ, ਪਰਮਾਤਮਾ ਵਰਗੀ ਹੋ ਜਾਂਦੀ ਹੈ। ਇਹ ਗੁਰੂ ਸਾਹਿਬ ਕਹਿੰਦੇ ਆ ਸਚਿਆਰ ਹੋਣਾ ਇਹ ਹੈ ਕਿ ਸੱਚ ਹੀ ਪਰਮਾਤਮਾ ਹੈ, ਔਰ ਸਚਿਆਰ ਰੂਹ ਜਿਹੜੀ ਹੈ ਉਹ ਪਰਮਾਤਮਾ ਦਾ ਸਰੂਪ ਹੋ ਜਾਂਦੀ ਹੈ, ਕਿਉਂਕਿ ਸੱਚ ਹੀ ਪਰਮਾਤਮਾ ਹੈ, ਸੱਚ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਸੱਚ ਹੀ ਜਿਹੜਾ ਹੈ ਉਹ ਸਾਡੀਆਂ ਰੂਹਾਂ ਦੇ ਵਿੱਚ ਜਦੋਂ ਆ ਕੇ ਸੱਚ ਬਣ ਜਾਂਦਾ ਹੈ, ਸਾਡੀ ਰੂਹ ਸੱਚ ਬਣ ਜਾਂਦੀ ਹੈ, ਮਾਇਆ ਤੋਂ ਰਹਿਤ ਹੋ ਜਾਂਦੀ ਹੈ,
ਆ ਸਾਡਾ ਆਚਰਨ ਸੁੱਚਾ ਹੋ ਜਾਂਦਾ, ਸਾਡੇ ਅੰਤਰ ਹਿਰਦੇ ਦੇ ਵਿੱਚ ਚੰਗੇ ਗੁਣ ਪ੍ਰਾਪਤ ਹੋ ਜਾਂਦੇ ਆ, ਉਦੋਂ ਇਹ ਸਾਡੀ ਰੂਹ ਜਿਹੜੀ ਆ ਉਹ ਸਚਿਆਰ ਹੋ ਜਾਂਦੀ ਹੈ ਸਾਧ ਸੰਗਤ ਜੀ। ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਸਾਨੂੰ ਹੁਣ ਬਖਸ਼ਿਸ਼ ਕਰਦੇ ਆ, ਭਾਈ ਇਹ ਜਿਹੜਾ ਤੁਸੀਂ ਧੌਲ ਕਹਿ ਰਹੇ ਹੋ ਭਾਈ, ਇਹ ਤੁਸੀਂ ਜਾਣਦੇ ਹੋ ਵੀ ਧੌਲ ਦੇ ਉੱਤੇ ਕਿੰਨਾ ਕੁ ਭਾਰ ਹੈ। ਆਮ ਸਮਾਜ ਦੇ ਲੋਕਾਂ ਨੇ ਇਹ ਸਮਝ ਰੱਖਿਆ ਕਿ ਧਰਤੀ ਦੇ ਥੱਲੇ ਇੱਕ ਧੌਲ ਹੈ, ਬਲਦ ਹੈ, ਉਸ ਨੇ ਸਿਰਾਂ ਦੇ ਉੱਤੇ ਚੱਕਿਆ ਹੋਇਆ ਧਰਤੀ ਨੂੰ, ਤੇ ਉਹ ਜਦੋਂ ਕਿਤੇ ਸਿੰਘ ਦੂਜੇ ਪਾਸੇ ਕਰਦਾ ਹੈ ਜਾਂ ਉਸ ਤਰ੍ਹਾਂ ਧਰਤੀ ਦੇ ਜਿਹੜੇ ਭੂਚਾਲ ਵਗੈਰਾ ਆਉਂਦੇ ਆ, ਇਹ ਮਿਥਿਆ ਇੱਕ ਵਿਚਾਰ ਵੀ ਮਤਲਬ ਸੰਸਾਰ ਦੇ ਲੋਕਾਂ ਦੇ ਵਿੱਚ ਹੈ। ਪਰ ਗੁਰੂ ਸਾਹਿਬ ਇਸ ਮਿਥਿਆ ਨੂੰ ਤੋੜਨ ਵਾਸਤੇ ਇੱਕ ਗੱਲ ਕਰਦੇ ਆ ਕਿ ਤਵਲੇ ਉੱਪਰ ਕੇਤਾ ਭਾਰ, ਭਾਈ ਉਸ ਧੌਲ ਦੇ ਉੱਤੇ ਤੁਸੀਂ ਜਾਣਦੇ ਹੋ ਵੀ ਕਿੰਨਾ ਕੁ ਭਾਰ ਹੈ। ਕੀ ਬਖਸ਼ਿਸ਼ ਕਰਦੇ ਆ ਗੁਰੂ ਸਾਹਿਬ, ਕਹਿੰਦੇ ਵੀ ਧਰਤੀ ਤਾਂ ਇੱਕ ਨਹੀਂ ਆ ਭਾਈ। ਜੇ ਧਰਤੀ ਇੱਕ ਹੋਵੇ ਚਲੋ ਮੰਨ ਲਿਆ ਵੀ ਤੁਸੀਂ ਕਹੋ ਵੀ ਧੌਲ ਉਹ ਭਾਰ ਨੂੰ ਚੱਕੀ ਖੜੋਤਾ ਹੈ, ਪਰ ਧਰਤੀਆਂ ਤਾਂ ਹੋਰ, ਧਰਤੀ ਹੋਰ ਪਰੇ ਹੋਰ ਹੋਰ ਧਰਤੀਆਂ ਤਾਂ ਭਾਈ ਇਸ ਧਰਤੀ ਤੋਂ ਪਰੇ ਵੀ ਹੋਰ ਧਰਤੀ ਹੈ, ਉਸ ਤੋਂ ਪਰੇ ਹੋਰ ਧਰਤੀ ਹੈ, ਉਸ ਤੋਂ ਪਰੇ ਹੋਰ ਧਰਤੀ ਹੈ। ਧਰਤੀਆਂ ਤਾਂ ਅਨੇਕਾਂ ਹੀ ਹੈ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਜਪਜੀ ਸਾਹਿਬ ਦੇ ਵਿੱਚ ਹੀ। ਗੁਰੂ ਸਾਹਿਬ ਕਹਿੰਦੇ ਆ ਲੱਖ ਪਾਤਾਲਾ ਪਾਤਾਲ, ਲੱਖ ਆਗਾਸਾ ਆਗਾਸ, ਉੜਕ ਉੜਕ ਭਾਲ ਥਕੇ, ਵੇਦ ਕਹਿਣ ਇੱਕ ਬਾਤ। ਇਹ ਆਕਾਸ਼ ਵੀ ਲੱਖਾਂ ਹੀ ਹੈ, ਪਤਾਲ ਵੀ ਲੱਖਾਂ ਹੀ ਹੈ, ਔਰ ਧਰਤੀਆਂ ਵੀ ਲੱਖਾਂ ਹੀ ਹੈ, ਚੰਦ ਸੂਰਜ ਵੀ ਲੱਖਾਂ ਹੀ ਹੈ, ਪਤਾ ਨਹੀਂ ਕਿੰਨੇ ਕਾ ਗਿਣਤੀ ਨਹੀਂ ਹੈ ਪਰਮਪਿਤਾ ਪਰਮਾਤਮਾ ਦੇ ਇਹ ਖੇਲ ਦੇ ਵਿੱਚ। ਗੁਰੂ ਸਾਹਿਬ ਕਹਿੰਦੇ ਆ ਧਰਤੀ ਹੋਰ ਪਰੇ ਹੋਰ ਹੋਰ, ਤਿਸਤੇ ਪਾਰ ਤਲੇ ਕਵਣ ਜੋਰ। ਉਹਨਾਂ ਧਰਤੀਆਂ ਦੇ ਭਾਰ ਥੱਲੇ ਹੋਰ ਕਿੰਨੇ ਕੁ ਜ਼ੋਰ ਹੈਗੇ ਆ, ਕਿੰਨੇ ਕੁ ਬਲਦ, ਮਤਲਬ ਜੇ ਤੁਸੀਂ ਕਹਿੰਦੇ ਹੋ ਬਈ ਇਹ ਉਹਨਾਂ ਨੇ ਇਹ ਧਰਤੀ ਨੂੰ ਸਿਰ ਤੇ ਚੱਕ ਕੇ ਬਲੈਸ ਕਰ ਰੱਖਿਆ ਹੈ, ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਤਿਸਤੇ ਭਾਰ ਤਲੇ, ਉਹਨਾਂ ਧਰਤੀਆਂ ਜਿਹੜੀਆਂ ਅਨੇਕਾਂ ਹੈ ਉਹਨਾਂ ਦੇ ਭਾਰ ਥੱਲੇ ਫਿਰ ਕੌਣ ਹੈ ਭਾਈ। ਤੇ ਇਸ ਕਰਕੇ ਗੁਰੂ ਸਾਹਿਬ ਜੋ ਉੱਪਰਲੀ ਵਿਚਾਰਧਾਰਾ ਹੈ ਉਸ ਨੂੰ ਬਖਸ਼ਿਸ਼ ਕਰਦੇ ਆ ਕਿ ਭਾਈ ਧੌਲ ਧਰਮ ਦਇਆ ਕਾ ਪੂਤ। ਇਹ ਧੌਲ ਜਿਹੜਾ ਤੁਸੀਂ ਜਾਣਦੇ ਹੋ ਨਾ ਭਾਈ, ਇਹ ਧਰਮ ਹੀ ਹੈ, ਜੋ ਪ੍ਰਮਾਤਮਾ ਦਾ ਧਰਮ ਹੈ, ਭਾਵ ਪ੍ਰਮਾਤਮਾ ਦਾ ਸਿਧਾਂਤ ਹੈ, ਸ੍ਰਿਸ਼ਟੀ ਨੂੰ ਚਲਾਉਣ ਦਾ ਇੱਕ ਕਾਨੂੰਨ ਹੈ, ਨਿਯਮ ਹੈ, ਉਸੇ ਦਾ ਨਾਂ ਹੀ ਧਰਮ ਹੈ। ਤੇ ਉਸ ਧਰਮ ਦੇ ਸਦਕਾ ਹੀ ਇਹ ਧਰਤੀਆਂ ਜਿਹੜੀਆਂ ਹੈ, ਆਕਾਸ਼ ਜਿਹੜੇ ਹੈ, ਇਹ ਪਤਾਲ ਜਿਹੜੇ ਹੈ, ਇਹ ਜਿਹੜੇ ਚੰਦ ਸੂਰਜ ਹੈ, ਇਹ ਬ੍ਰਹਿਮੰਡ ਦਾ ਮੰਡਲ ਜਿਹੜਾ ਹੈ, ਇਹ ਸਾਰਾ ਚਲਾਇਮਾਨ ਹੈ ਔਰ ਇੱਕ ਥਾਂ ਦੇ ਉੱਤੇ ਆਪਣੇ ਬੈਲੈਂਸ ਦੇ ਵਿੱਚ ਹੈ, ਜਿੱਥੇ ਪ੍ਰਮਾਤਮਾ ਨੇ ਟਿਕਾ ਰੱਖਿਆ ਉੱਥੇ ਉਹ ਚੱਲ ਰਿਹਾ ਹੈ। ਇਸ ਤੋਂ ਬਾਅਦ ਅੱਗੇ ਗੁਰੂ ਸਾਹਿਬ ਕਹਿੰਦੇ ਆ ਕਿ ਤਿਸਤੇ ਪਾਰ ਤਲੇ ਕਵਣ ਜੋਰ। ਭਾਈ ਇਹ ਉਹਨਾਂ ਬਿਰਤੀਆਂ ਦੇ ਧਰਤੀਆਂ ਦੇ ਭਾਰ ਥੱਲੇ ਪਤਾ ਨਹੀਂ ਕਿੰਨੀਆਂ ਹੈ, ਉਹਨਾਂ ਦੇ ਥੱਲੇ ਕਿਹੜਾ ਜ਼ੋਰ ਹੈ। ਗੁਰੂ ਸਾਹਿਬ ਕਹਿੰਦੇ ਵੀ, ਗੁਰੂ ਸਾਹਿਬ ਕਹਿੰਦੇ ਆ ਵੀ ਭਾਈ ਧਰਮ ਦਾ ਜ਼ੋਰ ਉਹਨਾਂ ਦੇ ਥੱਲੇ ਹੈ। ਹੁਣ ਗੁਰੂ ਸਾਹਿਬ ਇਸ ਤਰ੍ਹਾਂ ਦੇ ਨਾਲ ਸਾਡੀ ਵਿਚਾਰਧਾਰਾ ਜਿਹੜੀ ਹੈ, ਮਿਥਿਆ ਵਿਚਾਰਧਾਰਾ ਹੈ ਸੰਸਾਰ ਦੀ, ਉਸ ਨੂੰ ਤੋੜਦੇ ਹੈ। ਵੈਸੇ ਅਮੂਮਨ ਇੱਕ ਵਿਚਾਰਧਾਰਾ ਸਾਡੇ ਵਿਚਾਰਕ ਇਹ ਵੀ ਕਰਦੇ ਹੈ ਕਿ ਪੰਜ ਪ੍ਰਧਾਨ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਹ ਪੰਜ ਹੋ ਜਾਂਦੇ ਹੈ। ਕਿਰਪਾ ਕਦੋਂ ਹੁੰਦੀ ਹੈ? ਕਿਰਪਾ ਤਾਂ ਉਦੋਂ ਹੋਏਗੀ ਜਦੋਂ ਉਸ ਦੇ ਅੰਤਰ ਹਿਰਦੇ ਦੇ ਵਿੱਚ ਗੁਣਾਂ ਦੀ ਪ੍ਰਾਪਤੀ ਹੋਏਗੀ। ਕਿਰਪਾ ਤਾਂ ਉਦੋਂ ਹੋਏਗੀ ਜਦੋਂ ਪ੍ਰਮਾਤਮਾ ਦਾ ਨਾਮ ਸਿਮਰਨ ਕਰਿਆ ਜਾਏਗਾ, ਤੇ ਫਿਰ ਪੰਜ ਗੁਣ ਜਦੋਂ ਧਾਰਨ ਹੋ ਜਾਣਗੇ ਉਦੋਂ ਹੀ ਬੰਦਾ ਪੰਚ ਬਣਦਾ, ਉਦੋਂ ਹੀ ਪ੍ਰਮਾਤਮਾ ਦਾ ਪਿਆਰਾ ਬਣਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਭਾਈ ਇਸ ਤਰ੍ਹਾਂ ਦੇ ਬੰਦੇ ਜਿਹੜੇ ਹੈ ਨਾ, ਮਨੁੱਖ ਜਿਹੜੇ ਹੈ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਜੀ ਜਾਤ ਰੰਗਾ ਕੇ ਨਾਲ, ਸਭਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ। ਹੁਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਬਖਸ਼ਿਸ਼ ਕਰਦੇ ਆ, ਵਿਚਾਰਧਾਰਾ ਸਾਨੂੰ ਸਮਝਾਉਂਦੇ ਆ ਭਾਈ ਇਹ ਬੰਦਿਆਂ ਦੇ ਵਿੱਚ, ਇਹ ਮਨੁੱਖਾਂ ਦੇ ਵਿੱਚ, ਇਹ ਜੀਆਂ ਦੇ ਵਿੱਚ ਜਦੋਂ ਇਹ ਚੰਗੇ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ ਉਦੋਂ ਹੀ ਉਹ ਪੰਚ ਬਣਦੇ ਆ, ਯਾਨੀ ਪੰਜ ਭਾਵ ਪ੍ਰਮਾਤਮਾ ਤੋਂ ਮਾਣ ਪ੍ਰਾਪਤ ਕਰ ਲੈਂਦੇ ਆ। ਜਿੰਨਾ ਚਿਰ ਪੰਜ ਗੁਣ ਹਾਜ਼ਰ ਨਹੀਂ ਹੁੰਦੇ
ਉਹਨਾਂ ਚਿਰ ਮਤਲਬ ਕੋਈ ਵੀ ਜੀਵ ਜਿਹੜਾ ਹੈ ਉਹ ਪਰਮਾਤਮਾ ਨੂੰ ਪਿਆਰਾ ਨਹੀਂ ਹੁੰਦਾ ਔਰ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਨਹੀਂ ਹੁੰਦਾ, ਪਰਮਾਤਮਾ ਦੇ ਦਰ ਦੇ ਉੱਤੇ ਪ੍ਰਧਾਨ ਨਹੀਂ ਬਣ ਸਕਦਾ। ਇਸ ਕਰਕੇ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ। ਇਸ ਸੰਸਾਰ ਦੇ ਵਿੱਚ ਜੀਆਂ ਦੀਆਂ ਜਾਤਾਂ ਜਿਹੜੀਆਂ ਹੈ, ਅਲੱਗ-ਅਲੱਗ ਪ੍ਰਕਾਰ ਦੇ ਜੀਵ ਹੈ। ਗੁਰੂ ਸਾਹਿਬ ਕਹਿੰਦੇ ਆ ਨਾ, ਖਾਣੀਆਂ ਜਿਹੜੀਆਂ ਹੈ 4 ਹੈ, ਅੰਡਜ, ਜੇਰ, ਸੇਤਜ, ਉਤਪੁਜ। ਇਹਨਾਂ ਦੇ ਵਿੱਚ ਵੱਖਰੇ ਵੱਖਰੇ ਇੱਕ ਜਾਤਾਂ ਬਣੀਆਂ ਹੋਈਆਂ, ਜਿਹਦੇ ਵਿੱਚ ਜੀ ਸਾਰੇ ਜੀ ਹੈ, ਪਰ ਜਾਤਾਂ ਵੱਖਰੀਆਂ ਵੱਖਰੀਆਂ ਹੈ, ਉਹਨਾਂ ਦੇ ਰੰਗ ਵੱਖਰੇ ਵੱਖਰੇ ਹੈ, ਉਹਨਾਂ ਦੇ ਨਾਮ ਵੱਖਰੇ ਵੱਖਰੇ ਹੈ। ਗੁਰੂ ਸਾਹਿਬ ਕਹਿੰਦੇ ਤੇ ਸਭਨਾਂ ਨੂੰ ਗੁਰੂ ਸਾਹਿਬ ਕਹਿੰਦੇ ਵੀ ਉਹਨਾਂ ਦੇ ਮਸਤਕ ਦੇ ਉੱਤੇ ਇੱਕ ਬੁੜੀ ਕਲਾਮ, ਨਾ ਰੁਕਣ ਵਾਲੀ ਕਲਾਮ ਉਹਨਾਂ ਦੇ ਨਾਲ ਹੁਕਮ ਦੇ ਰੂਪ ਦੇ ਵਿੱਚ ਚੱਲ ਰਹੀ ਹੈ। ਸਭਨਾਂ ਲਿਖਿਆ ਬੁੜੀ ਕਲਾਮ, ਜੋ ਕੁਛ ਉਸ ਰੂਹ ਦੇ ਮਸਤਕ ਦੇ ਉੱਤੇ ਲਿਖਿਆ ਹੋਇਆ ਹੈ ਉਹੀ ਉਸ ਨੂੰ ਪ੍ਰਾਪਤ ਹੁੰਦਾ ਹੈ। ਇਹ ਨਾ ਰੁਕਣ ਵਾਲੀ ਕਲਮ ਹਮੇਸ਼ਾ ਚੱਲਦੀ ਰਹਿੰਦੀ ਹੈ। ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ, ਕਹਿੰਦੇ ਵੀ ਅੱਗੇ ਬਖਸ਼ਿਸ਼ ਕਰਦੇ ਆ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਇਹ ਲੇਖਾ ਜਿਹੜਾ ਹੈ ਸਾਡੇ ਮਸਤਕ ਦੇ ਉੱਤੇ ਇੱਕ ਲੇਖ ਲਿਖਿਆ ਜਾਣਾ, ਬੁੜੀ ਕਲਾਮ ਜੋ ਆਪਣੇ ਆਪ ਚੱਲ ਰਹੀ ਹੈ, ਪ੍ਰਮਾਤਮਾ ਦਾ ਹੁਕਮ ਹੈ, ਜੋ ਕੋਈ ਵਰਤਦਾ ਨਹੀਂ, ਕਿਸੇ ਨੂੰ ਵਰਤਾਇਆ ਨਹੀਂ ਜਾਂਦਾ, ਕਿਸੇ ਦੇ ਪ੍ਰਤੀ ਮਤਲਬ ਜਾ ਕੇ ਉਸ ਨੂੰ ਸਮਝਾਇਆ ਨਹੀਂ ਜਾਂਦਾ। ਇਹ ਹੁਕਮ ਆਪਣੇ ਆਪ ਜਿਸ ਦੇ ਪ੍ਰਤੀ ਕੀਤਾ ਹੁੰਦਾ ਹੈ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਲੇਖਾ ਲਿਖ ਜਾਣਾ ਕੋਈ। ਇਸ ਤਰ੍ਹਾਂ ਦਾ ਲੇਖਾ ਮਤਲਬ ਕੋਈ ਲਿਖਣ ਨਹੀਂ ਜਾਣਦਾ। ਕੌਣ ਜਾਣਦਾ ਹੈ? ਕੋਈ ਜਾਣਦਾ ਹੈ, ਕੋਈ ਵਿਰਲਾ। ਔਰ ਉਹ ਵੀ ਉਦੋਂ ਪ੍ਰਾਪਤੀ ਹੁੰਦੀ ਹੈ ਜਦੋਂ ਪਰਮਾਤਮਾ ਦੀ ਸ਼ਰਨ ਹੋ ਕੇ, ਪਰਮਾਤਮਾ ਨਾਲ ਪਿਆਰ ਕਰਦੇ ਹੋਏ, ਪਰਮਾਤਮਾ ਨੂੰ ਨਾਮ ਸਿਮਰਨ ਕਰਦੇ ਹੋਏ, ਆਵਾਜ਼ਾਂ ਮਾਰਦੇ ਹੋਏ ਅਸੀਂ ਪਰਮਾਤਮਾ ਨਾਲ ਜੁੜ ਜਾਂਦੇ ਹਾਂ। ਉਦੋਂ ਸਾਡੇ ਤੇ ਕਿਰਪਾ ਹੁੰਦੀ ਹੈ ਕਿ ਉਹ ਸਾਡੇ ਮਸਤਕ ਦੇ ਲੇਖ ਜਿਹੜੇ ਹੈ ਉਹ ਪਲਟ ਜਾਂਦੇ ਹੈ ਔਰ ਅਸੀਂ ਪਰਮਪਿਤਾ ਪਰਮਾਤਮਾ ਦੇ ਪਿਆਰੇ ਹੋ ਜਾਂਦੇ ਹਾਂ। ਲੇਖਾ ਲਿਖਿਆ ਕੀਤਾ ਹੋਇਆ, ਇਹ ਲੇਖਾ ਜੇ ਲਿਖਿਆ ਜਾਵੇ ਵੀ ਕਿਸ ਦੇ ਮੱਥੇ ਦੇ ਉੱਤੇ ਕਿੰਨਾ ਕੁ ਲਿਖਿਆ ਹੋਇਆ, ਤੇ ਜੇ ਸਾਰੇ ਜੀਵਾਂ ਦਾ ਇਹ ਹਿਸਾਬ ਕੀਤਾ ਜਾਵੇ ਤੇ ਫਿਰ ਇਹ ਗੁਰੂ ਸਾਹਿਬ ਕਹਿੰਦੇ ਆ ਵੀ ਪਤਾ ਨਹੀਂ ਕਿੱਡਾ ਕੁ ਵੱਡਾ ਲੇਖਾ ਹੋ ਜਾਏਗਾ, ਪਤਾ ਨਹੀਂ ਇਹ ਪੂਰਾ ਆਉਣਾ ਹੀ ਨਹੀਂ ਕਿਸੇ ਥਾਂ ਤੇ ਲਿਖਣ ਲੱਗੇ। ਗੁਰੂ ਸਾਹਿਬ ਕਹਿੰਦੇ ਆ ਵੀ ਇਹ ਲੇਖਾ ਇੰਨਾ ਹੋ ਜਾਏਗਾ, ਇਹ ਲਿਖਿਆ ਪਤਾ ਨਹੀਂ ਕਿੰਨਾ ਹੋ ਜਾਏ, ਕਿੰਨਾ ਭਾਵ ਅਸਚਰਜ ਹੈ, ਪਤਾ ਨਹੀਂ ਕਿੰਨਾ ਹੋ ਜਾਏਗਾ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਲਿਖਣ ਲੱਗਿਆ ਕੇਤਾ ਤਾਣ ਸਵਾਲਿਓ ਰੂਪ, ਕੇਤੀ ਦਾਤ ਜਾਣੈ ਕੌਣ ਕੂਤ। ਗੁਰੂ ਸਾਹਿਬ ਕਹਿੰਦੇ ਆ ਵੀ ਇਹ ਲੇਖਾ ਜਿਹੜਾ ਹੈ ਨਾ ਲਿਖਣ ਲੱਗਿਆ ਪਤਾ ਨਹੀਂ ਕਿੰਨਾ ਕੁ ਤਾਣ ਚਾਹੀਦਾ, ਕਿੰਨਾ ਕੁ ਜ਼ੋਰ ਚਾਹੀਦਾ, ਕਿੰਨਾ ਕੁ ਸੁੰਦਰ ਰੂਪ ਹੋਣਾ ਚਾਹੀਦਾ ਕਿ ਜਿਹੜਾ ਇਸ ਲੇਖੇ ਨੂੰ ਲਿਖਦਾ ਹੈ। ਕਿਉਂਕਿ ਸੁੰਦਰ ਰੂਪ ਸਿਰਫ ਤੇ ਸਿਰਫ ਸੰਸਾਰ ਦੇ ਵਿੱਚ ਪਰਮਪਿਤਾ ਪਰਮਾਤਮਾ ਦਾ ਸਭ ਤੋਂ ਸੁੰਦਰ ਰੂਪ ਹੈ। ਤੇ ਇਸ ਕਰਕੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਕਿ ਕੇਤੀ ਦਾਤ ਜਾਣੈ ਕੌਣ ਕੂਤ। ਜੋ ਪਰਮਪਿਤਾ ਪਰਮਾਤਮਾ ਕਿਸੇ ਨੂੰ ਇਹ ਲੇਖਾ ਲਿਖ ਕੇ ਦਾਤ ਬਖਸ਼ਦਾ ਹੈ ਉਹ ਪਰਮਾਤਮਾ ਹੀ ਜਾਣਦਾ ਹੈ, ਹੋਰ ਕੋਈ ਬੰਦਾ ਨਹੀਂ ਜਾਣਦਾਗਾ। ਗੁਰੂ ਸਾਹਿਬ ਕਹਿੰਦੇ ਆ ਕੇਤੀ ਦਾਤ, ਕਿੰਨੀ ਕੁ ਦਾਤ ਇਹਨਾਂ ਜੀਵਾਂ ਨੂੰ ਮਸਤਕ ਦੇ ਉੱਤੇ ਲਿਖ ਲਿਖ ਕੇ ਦੇ ਰੱਖੀ ਹੈ। ਜਾਣੈ ਕੌਣ ਕੂਤ, ਕੌਣ ਜਾਣਦਾ ਹੈ? ਗੁਰੂ ਸਾਹਿਬ ਕਹਿੰਦੇ ਕੋਈ ਨਹੀਂ ਜਾਣਦਾ, ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਹ ਕਿੰਨਾ ਕੁ ਇਹਨਾਂ ਜੀਵਾਂ ਦੇ ਮਸਤਕਾਂ ਦੇ ਉੱਤੇ ਲਿਖ ਕੇ ਬੁੜੀ ਕਲਾਮ ਦੁਆਰਾ, ਹੁਕਮ ਦੁਆਰਾ ਇਹ ਲੇਖਾ ਜਿਹੜਾ ਹੈ ਪਰਮਾਤਮਾ ਨੇ ਲਿਖਿਆ ਹੋਇਆ। ਹੁਣ ਗੁਰੂ ਸਾਹਿਬ ਕਹਿੰਦੇ ਆ ਭਾਈ ਇੱਕ ਅਸਚਰਜ ਸਾਨੂੰ ਸਮਝਾਉਂਦੇ ਆ ਕਿ ਉਹ ਹੁਕਮ ਜਿਹੜਾ ਹੈ ਉਹ ਕਿੰਨਾ ਕੁ ਤਾਕਤਵਰ ਹੈ, ਕਿੰਨਾ ਕੁ ਕਿਰਿਆਵੰਤ ਹੈ। ਗੁਰੂ ਸਾਹਿਬ ਕਹਿੰਦੇ ਆ ਕਿ ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਵੀ ਕੀਤਾ ਪਸਾਓ ਏਕੋ ਕਵਾਓ। ਜਦੋਂ ਪਰਮਪਿਤਾ ਪਰਮਾਤਮਾ ਨੇ ਆਪਣੇ ਨਾਮ ਦਾ ਉਚਾਰਨ ਆਪ ਕੀਤਾ, ਪਰਮਾਤਮਾ ਪਹਿਲਾਂ ਉਹ ਨਾਮ ਸੀ ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਰਮਪਿਤਾ ਪਰਮਾਤਮਾ ਨੇ ਜਦੋਂ ਸੱਚਖੰਡ ਦੇ ਦੁਆਰੇ ਦੇ ਉੱਤੇ ਬੁਲਾਇਆ ਤੇ ਉਦੋਂ ਕਿਹਾ ਕਿ ਹੇ ਨਾਨਕ, ਅੱਜ ਤੋਂ ਮੇਰਾ ਨਾਮ ਜਿਹੜਾ ਹੈ ਇੱਕ, ਮੈਂ ਇੱਕ ਹਾਂ ਔਰ ਮੇਰਾ ਨਾਮ ਇੱਕ ਓੰਕਾਰ ਹੈ।
यानी ओम नूं संसार के लोगों ने अपने अपने विचारधारा के मुताबिक अनेकों थावां दे विच वंड रखिया, अनेकों नाम बना रखे है और अपने नाम जोड़ रखे है। इस करके ये सब गलत है। मेरी वडियाई ना करते हुए अपनी वडियाई ज़्यादा करते हैं। इस करके तू संसार दे विच जाके लोगों को ये समझाउणा है कि वो परमपिता परमात्मा जिहड़ा है एक है, उस दे नाल दा कोई होर दूजा नहीं है। तो गुरु साहब कहते भी उस दा नाम जिहड़ा है ना, कीता पसाओ एको कुआओ। उस परमपिता परमात्मा ने जो अपने नाम दा उच्चारण किया, इस तरह का जो उच्चारण किया तो गुरु साहब कहते हैं कि सारी सृष्टि का पसाओ पसारा हो गया। इस नाम के सदका सारी सृष्टि बन गई। की गुरु साहब कहते हैं भी किस तरह की सृष्टि, कुछ उदाहरण देंगे हैं। सारा उदाहरण तो नहीं दिता जा सकता, पर गुरु साहब कहते हैं कि तिसते होए लख दरियाओ। सब तो पहला जो नाम का उच्चारण किया ते उस नाम के उच्चारण के सदका नाम तो लखां दरिया पैदा हो गए, भाव जल पैदा हो गया। ये सिद्धांत है। जे असी विचार करिए कि जो साहिब श्री गुरु परमपिता परमात्मा सारी सृष्टि का करता, जो अज तो 36 युग पहला ताड़ी ला के धुंधुकारे दे विच बैठा होया सी, अपना नाम सिमरन आप कर रहा सी, तो उसने जो अपना नाम सिमरन किया तो सब तो पहला जल हुआ। गुरु साहब बख्शिश करते हैं, साचे ते पवना पया पवने ते जल हुआ, जल ते तिर पवन साजिया कट कट जोत समोए। यानी परमपिता परमात्मा ने जो अपना नाम उच्चारण किया ना, और नाम जिहड़ा है शब्द है, और शब्द के नाल जो असीं शब्द का उच्चारण करते हैं तो उदों एक पवन पैदा होती है। ये पवन जिहड़ी है उदों सब तो पहला सृष्टि दे विच पैदा हुई, और उस पवन तो बाद फिर जल पैदा होया। जल तो बाद त्रिभुवन साजिया गया परमात्मा के हुक्म नाल, और ये त्रिभुवन के उत्ते जो है ये जी जात रंगा के नाम सबना लिखिया बूढ़ी कलाम, ये लेखा लिख जाने कोई लेखा लिखिया केता होए। इस तरह का मतलब जो सृष्टि का करता जड़ा सी उसने ये सृष्टि नूं पैदा किया। तो गुरु साहब कहते हैं भाई ये एक पसाओ नाम दे एक पसाओ नाल, एक कवाओ नाल, नाम दे एक उच्चारण नाल ये सारे का सारा पसारा होया। तिसते होए लख दरिया। हुण गुरु साहब कहते भी उहदे ते सब तो पहला लख दरिया पैदा होए। हुण गुरु साहब ये नाल फिर हुण सृष्टि का इस नाम के पसारे का विवरण करते हैं कि कुदरत पैदा हुई, सारी कुदरत सारी सृष्टि भाव दरिया तो पैदा होए होए, पेड़ पौधे पशु पक्षी जीव जो भी संसार दे विच असी देख रहे हैं वो पैदा होया। कुदरत कवण कहा विचार, यानी कुदरत हुण गुरु साहब कहते भी ये जिहड़ी कुदरत पैदा हुई इस दा विचार जे असीं करिए ना तो कोई नहीं कर सकता। किसने किया है? किसी कुदरत का विचार जिहड़ा एक सृष्टि का विचार जिहड़ा है वो किसी ने भी नहीं किया ते ना कोई कर सकता है। गुरु साहब बख्शिश करते हैं, हुण सानूं बख्शिश करते हैं भी ये परमात्मा ने जो एक पसाओ दे नाल एक कवाओ दे नाल जिहड़ा पसारा कीता उस दा विचार की है कि उसका विचार ये है भी उस कुदरत का विचार जिहड़ा है असीं कोई भी नहीं कर सकते। परमात्मा दे जीव पैदा कीते हुए करने। कुदरत कवण कहा विचार, कुदरत का विचार भाई किसने कीता है? किसी ने नहीं कीता। गुरु साहब कहते ते फिर वारिया ना जावा एक वार, जे असीं कहिए भी उस तो अपने आप नूं निशावर कर दईए, उस नूं वाह वाह कह दईए तो गुरु साहब कहते हैं ये भी साडे कोले जोर नहीं है। वारिया ना जावा एक वार, ते असीं इन्ना ही कह सकते हैं सच्चे पातशाह जो तुद भाव है साई भलीकार, तू सदा सलामत निरंकार। हुण गुरु साहब बख्शिश करते हैं कुदरत कवण कहा विचार, वारिया ना जावा एक बार। ये भाई जो परमात्मा ने कुदरत बनाई इस दा विचार किसी ने नहीं कहा, ना कोई कर सकता है ना कोई करेगा। पर जे असीं कहिए भी इस तो निशावर हो जाइए, असीं इस नूं अपने आप नूं समर्पित कर दईए वार दईए तो गुरु साहब कहते साडे तो ये भी नहीं होएगा।
फिर की होएगा? ਅਸੀਂ सिर्फ इन्ना ही कहन जोगे हैं कि हे परमपिता परमात्मा, जो तू कीता है वो सब सही कीता, तेरी जिहड़ी कार है वो भली है। जो तुद भावै साई भली कार, जो तैनू भाउंदा है सच्चे पातशाह ओही भली कार है, ओही भला कर्म है, ओही भली किरत है सच्चे पातशाह। जो तू सृष्टि बनाई है, जो तू कुदरत बनाई है, ये सब तैनू जे चंगी लगदी है तो ये भली है। फिर अगे अखीर ते गुरु साहब कहते हैं, तू सदा सलामत निरंकार, हे परमपिता परमात्मा, हे निरंकार, हे कालख तो रहत निरअंकार। निरंजन, निरंकार, निराकार ये परमात्मा के नाम है, और निरंकार जिहड़ा है वो परमात्मा का ही नाम है। और सृष्टि दे विच जो है वो परमपिता परमात्मा ही सारी सृष्टि का करता है, और सदा ही सलामत रहने वाला है, सदा ही सच है, सदा रहने वाला है। एक ते एक सिर्फ परमपिता परमात्मा जिसनों असी निरंकार कहने। हुण अगे गुरु साहब कहते हैं, अगली पौड़ी दे विच फिर सानू बख्शिश करते हैं गुरु साहब, असंख जप असंख पाओ, असंख पूजा असंख तपताओ, असंख ग्रंथ मुख वेद पाठ, असंख जोग मन रहै उदास, असंख भगत गुण ज्ञान विचार, असंख सती असंख दतार, असंख सूर मोह पकसार, असंख मोण लिवलाए तार, कुदरत कवन कहा विचार, वारिया न जावा एक वार, जो तुद भावै साई भली कार। गुरु साहब ने पिछली विचार दे विच दस्सिया है, जी जात रंगा के नाव सबना लिखिया बुड़ी कला। हुण गुरु साहब कहते हैं भाई ये जी जिहड़े है ना कई रंगां दे है, कई जातां दे है, और सारे दे सारे जिहड़े है परमात्मा दे नाल बन्ने हुए है। परमात्मा तो ही ये पैदा होए है, और परमात्मा दी किरपा नाल ही ये चल रहे हैं, और परमात्मा दी किरपा नाल ही, परमात्मा दे हुक्म नाल ही इन्हां ने विड़स जाना है। पर इन्हां दी जे ये भगती करते हैं, परमात्मा का नाम सिमरन करते हैं, तो वह परमपिता परमात्मा दे मिलन कर सकते हैं, दरसदारे कर सकते हैं। हुण संसार दे विच गुरु साहब कहते हैं भी इस तरह के लोग की करते हैं, किवें जप करते हैं, किवें परमात्मा नाल प्यार करते हैं। अगली पौड़ी दे विच गुरु साहब बख्श रहे हैं किन्ने क लोग है जिहड़े इस तरह दे नाल चल रहे हैं। हुण अगे गुरु साहब कहते हैं, असंख जप असंख पाओ, असंख पूजा असंख तपताओ, ये परमात्मा दे कीते हुए करने जिहड़े जीव है ना, कई रंगां दे है, कई नामां दे है, कई जातां दे है, ये परमात्मा नूं मिलण वास्ते जिहड़ा है जप करदे है। कोई प्यार करता है, कोई तप करता है, कोई पूजा करता है। तो गुरु साहब कहते हैं भी इस तरह के ये लोग जिहड़े है ना असंख ही है, जिहड़े परमात्मा नूं इस तरह के नाल ध्याउंदे है, जपदे है। गुरु साहब कहते हैं असंख जप असंख पाओ, असंख लोग जिहड़े है उस परमपिता परमात्मा के दरसदारे करने वास्ते जिहड़े जप करते। असंख लोग, गिनती कोई नहीं है, पता नहीं किन्ने हैं, कोई गिनती नहीं है। असंख पाओ, वो परमपिता परमात्मा नाल असंख लोग जिहड़े है वो प्यार भी करते। असंख पूजा असंख तपताओ, असंख लोग इन्ने हैं कि जिहड़े वो पूजा करते हैं, अपने एक बना के आसन उत्थे परमपिता परमात्मा नूं वो धूफ बत्ती दिंदे है, उसनूं कोई जल छिड़कदा है, कोई किवें करदा है, कोई दुੱਧ चढ़ाउंदा है, कोई किवें करदा है, कोई किवें करदा है, अपने अपने तरीके नाल परमात्मा दी पूजा करते हैं। तो असंख लोग जिहड़े है कि वो परमात्मा नूं प्राप्त करन लई तप भी करते हैं, अपना तप तौंदे अपने आप नूं, अपने शरीर नूं। असंख लोग जिहड़े है तप करके अपने आप नूं तौंदे है, सेकते हैं। इस तरह दे नाल गुरु साहब कहते हैं संख ग्रंथ मुख वेद पाठ। असंख लोग ऐसे भी है जिहड़े ग्रंथ पढ़ते हैं, और उन्हां ग्रंथां दा मुख दे नाल, वेदां दा मुख दे नाल पाठ करते हैं। संख लोग, बहुत लोग, पता नहीं किन्ने हैं ऐसे है कि जिहड़े ग्रंथ पढ़ते हैं। ग्रंथ भाव परमात्मा दे प्रति उस दे भेदां नूं जानना, उस दे हुक्म नूं समझना,
ਉਸ ਦੀ ਕਿਰਿਆ ਨੂੰ ਸਮਝਣਾ, ਉਸ ਦੇ ਕਰਮ ਨੂੰ ਸਮਝਣਾ, ਅਸੀਂ ਕੀ ਕਰ ਸਕਦੇ ਹਾਂ ਕਿ ਸਾਨੂੰ ਉਹ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਇਹ ਸਾਰਾ ਗ੍ਰੰਥਾਂ ਦੇ ਵਿੱਚ ਔਰ ਵੇਦਾਂ ਦੇ ਵਿੱਚ ਉਹ ਪੜ੍ਹਦੇ ਹੈ ਔਰ ਉਸ ਦਾ ਪਾਠ ਕਰਦੇ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਸੰਖ ਜੋਗ ਮਨ ਰਹਿ ਉਦਾਸ। ਅਸੰਖ ਲੋਕ ਜਿਹੜੇ ਹੈ ਉਹ ਯੋਗ ਕਰਨ ਵਾਸਤੇ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਮਨ ਦੇ ਵਿੱਚ ਉਦਾਸ ਰਹਿੰਦੇ ਆ। ਭਾਵ ਉਹ ਹਮੇਸ਼ਾ ਬੈਰਾਗ ਦੇ ਵਿੱਚ ਰਹਿੰਦੇ ਆ ਕਿ ਕਦੋਂ ਪਰਮਾਤਮਾ ਸਾਨੂੰ ਮਿਲੇ, ਕਿਵੇਂ ਪਰਮਾਤਮਾ ਸਾਨੂੰ ਮਿਲੇ, ਕਿਸ ਤਰ੍ਹਾਂ ਨਾਲ ਮਿਲੇ। ਇਸ ਵਿਧ ਦੇ ਵਿੱਚ ਉਹ ਹਮੇਸ਼ਾ ਹੀ ਆਪਣਾ ਜੀਵਨ ਜਿਹੜਾ ਬਿਤਾਉਂਦੇ ਰਹਿੰਦੇ ਆ। ਹੁਣ ਗੁਰੂ ਸਾਹਿਬ ਕਹਿੰਦੇ ਆ, ਸੰਖ ਭਗਤ ਗੁਣ ਗਿਆਨ ਵਿਚਾਰ। ਅਸੰਖ ਲੋਕ ਭਗਤ ਹੋ ਕੇ, ਭਾਵ ਭਗਤੀ ਕਰਕੇ, ਪਰਮਾਤਮਾ ਦੇ ਨਾਮ ਦੀ ਸਿਮਰਨਾ ਕਰਕੇ ਜਿਹੜਾ ਹੈ ਨਾ ਪਰਮਾਤਮਾ ਦੇ ਗੁਣਾਂ ਨੂੰ ਪ੍ਰਾਪਤ ਕਰਦੇ ਹੈ। ਫਿਰ ਗੁਣਾਂ ਨੂੰ ਪ੍ਰਾਪਤ ਕਰਕੇ ਪਰਮਾਤਮਾ ਦੇ ਗਿਆਨ ਨੂੰ ਪ੍ਰਾਪਤ ਕਰਦੇ ਹੈ। ਫਿਰ ਉਸ ਗਿਆਨ ਦਾ ਵਿਚਾਰ ਕਰਕੇ ਆਪਣੇ ਹਿਰਦੇ ਦੇ ਵਿੱਚ ਜਿਹੜਾ ਉਹ ਪਰਮਪਿਤਾ ਪਰਮਾਤਮਾ ਦੀ ਭਗਤੀ ਕਰਦੇ ਆ। ਕੁਛ ਇਸ ਤਰ੍ਹਾਂ ਦੇ ਲੋਕ ਵੀ ਹੈ ਇਸ ਸੰਸਾਰ ਦੇ ਉੱਤੇ ਜਿਹੜੇ ਕਿ ਪਰਮਾਤਮਾ ਦੀ ਭਗਤੀ ਕਰਦੇ ਆ। ਔਰ ਗੁਰੂ ਸਾਹਿਬ ਕਹਿੰਦੇ ਆ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਦੇ ਨਾਲ ਹੀ ਭਗਤੀ ਹੁੰਦੀ ਹੈ। ਇਸ ਕਰਕੇ ਗੁਰੂ ਸਾਹਿਬ ਇੱਥੇ ਦੱਸ ਰਹੇ ਆ ਵੀ ਅਸੰਖ ਭਗਤ ਗੁਣ ਗਿਆਨ ਵਿਚਾਰ। ਅਸੰਖ ਭਗਤ ਜਿਹੜੇ ਆ ਗੁਣ ਧਾਰਨ ਕਰਕੇ ਗਿਆਨ ਕਰਦੇ ਆ, ਪਰਮਾਤਮਾ ਦਾ ਗਿਆਨ, ਬ੍ਰਹਮ ਦਾ ਗਿਆਨ ਪ੍ਰਾਪਤ ਕਰਦੇ ਆ ਔਰ ਫਿਰ ਉਸ ਦਾ ਵਿਚਾਰ ਕਰਦੇ ਆ। ਇਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਵੀ ਹੁੰਦੀ ਹੈ। ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਖਸਾਰ। ਹੁਣ ਗੁਰੂ ਸਾਹਿਬ ਕਹਿੰਦੇ ਆ ਭਾਈ ਅਸੰਖ ਲੋਕ ਐਸੇ ਵੀ ਆ ਜਿਹੜੇ ਕਿ ਆਪਣੇ ਆਪ ਨੂੰ ਸਤੀ ਬਣਾ ਲੈਂਦੇ। ਇੱਕ ਸਤੀ ਸੰਸਾਰ ਦੇ ਵਿੱਚ ਪ੍ਰਥਾ ਚੱਲੀ ਹੋਈ ਹੈ ਕਿ ਜਦੋਂ ਔਰਤ ਬੰਦਾ ਮਰ ਜਾਂਦਾ ਹੈ ਤੇ ਔਰਤ ਨੂੰ ਸਤੀ ਹੋਣਾ ਪੈਂਦਾ ਹੈ। ਇਹ ਸਤੀ ਕੁਛ ਵੱਖਰੀ ਚੀਜ਼ ਹੈ ਔਰ ਪਰਮਾਤਮਾ ਦੇ ਨਾਮ ਦੇ ਵਿੱਚ ਸਤੀ ਹੋਣਾ ਗੁਰੂ ਸਾਹਿਬ ਕਹਿੰਦੇ ਆ ਇਹ ਵੱਖਰੀ ਚੀਜ਼ ਹੈ। ਅਸੰਖ ਸਤੀ ਇਸ ਤਰ੍ਹਾਂ ਦੇ ਨਾਲ ਪਰਮਾਤਮਾ ਦੇ ਨਾਮ ਦੇ ਵਿੱਚ ਸਤੀ ਹੋ ਜਾਂਦੇ, ਸਤ ਦੇ ਵਿੱਚ ਸਤੀ ਹੋ ਜਾਂਦੇ ਆ। ਅਸੰਖ ਦਾਤਾਰ, ਅਸੰਖ ਲੋਕ ਜਿਹੜੇ ਹੈ ਉਹ ਦਾਤਾਰ ਨੂੰ ਮਤਲਬ ਪ੍ਰਾਪਤ ਕਰਨ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਹੈ। ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਖਸਾਰ। ਅਸੰਖ ਲੋਕ ਐਸੇ ਵੀ ਹੈ ਕਿ ਸੂਰ ਦੀ ਤਰ੍ਹਾਂ ਮੂੰਹ ਦੇ ਵਿੱਚ ਪਖ, ਲੋਹਾ ਮਤਲਬ ਪਖਦੇ ਹੈ, ਲੋਹਾ ਖਾਂਦੇ ਹੈ, ਲੋਹਾ ਛਕਦੇ ਹੈ। ਸੂਰਾਂ ਵਰਗੇ, ਜਿਵੇਂ ਸੂਰਾਂ ਵਰਗੇ ਮੂੰਹ ਹੁੰਦੇ ਆ ਨਾ, ਤੇ ਸੂਰ ਜੋ ਵੀ ਆਉਂਦਾ ਗੰਦਗੀ ਦੇ ਵਿੱਚ ਮੂੰਹ ਮਾਰਦਾ ਔਰ ਉਹ ਖਾ ਜਾਂਦਾ ਹੈ। ਇਸ ਤਰ੍ਹਾਂ ਦੇ ਨਾਲ ਕੁਝ ਐਸੇ ਲੋਕ ਵੀ ਹੈ ਕਿ ਜੋ ਗੰਦਗੀ ਦੇ ਵਿੱਚ ਹੀ ਮੂੰਹ ਮਾਰਦੇ ਆ। ਅਸੰਖ ਸੂਰ ਮੋਹ ਪਖਸਾਰ। ਅਸੰਖ ਸੂਰਾਂ ਵਰਗੇ ਲੋਕ ਜਿਹੜੇ ਹੈ ਉਹ ਮੂੰਹ ਦੇ ਨਾਲ ਲੋਹਾ ਵੀ ਐਸੇ ਮਤਲਬ ਖਾਣ ਵੀ ਐਸੇ ਮਤਲਬ ਜਿਹੜੇ ਹੈ ਉਹ ਛਕਦੇ ਹੈ ਕਿ ਜਿਹੜੇ ਉਹ ਸੂਰਾਂ ਵਰਗੀ ਜ਼ਿੰਦਗੀ ਹੀ ਜਿਉਂਦੇ ਆ। ਅੱਗੇ ਗੁਰੂ ਸਾਹਿਬ ਕਹਿੰਦੇ ਆ, ਸੰਖ ਮੋਣ ਲਿਵ ਲਾਏ ਤਾਰ। ਅਸੰਖ ਲੋਕ ਜਿਹੜੇ ਹੈ ਕਿ ਮੌਨ ਹੋ ਜਾਂਦੇ ਆ, ਬੋਲਦੇ ਨਹੀਂ ਹੈ, ਚੁੱਪ ਕਰ ਜਾਂਦੇ ਆ। ਔਰ ਅਸੀਂ ਕਹਿੰਦੇ ਆ ਜੀ ਅਸੀਂ ਪਰਮਾਤਮਾ ਦੀ ਭਗਤੀ ਕਰਦੇ ਆ, ਬੋਲਦੇ ਨਹੀਂ ਹੈ। ਪਰ ਇੱਕ ਰਿਵਾਜ ਜ਼ਰੂਰ ਚੱਲਿਆ ਹੋਇਆ ਕਿ ਉਹਨਾਂ ਦੇ ਕੋਲੇ ਲੋਕ ਜਿਹੜੇ ਆਸੇ-ਪਾਸੇ ਆਲੇ ਦੁਆਲੇ ਬਹੁਤ ਇਕੱਠੇ ਹੋ ਜਾਂਦੇ ਆ ਤੇ ਉਹ ਪਤਾ ਕੀ ਇਹ ਸਵਾਲ ਕਰਦੇ ਆ, ਬਾਬਾ ਜੀ ਕੀ ਕਰਦੇ ਹੋ ਤੁਸੀਂ ਸੰਤ ਜੀ ਕੀ ਕਰਦੇ ਹੋ, ਤੁਸੀਂ ਭਗਤੀ ਕਰਦੇ ਹੋ? ਉਹ ਇਸ਼ਾਰੇ ਕਰ ਕਰਕੇ ਕਹਿੰਦਾ ਕਿ ਮੈਂ ਮੌਨ ਰੱਖਿਆ ਹੋਇਆ। ਫਿਰ ਕੀ ਕਰਦਾ ਹੈ ਕਿ ਉਹਨਾਂ ਲੋਕਾਂ ਦੇ ਜਵਾਬ ਜਿਹੜੇ ਆ ਉਹ ਸਲੇਟਾਂ ਤੇ ਲਿਖ ਕੇ ਮਤਲਬ ਜਿਹੜੇ ਆ ਉਹਨਾਂ ਨੂੰ ਜਵਾਬ ਦਿੰਦਾ ਕਿ ਮੈਂ ਇਹ ਕੰਮ ਕਰ ਰਿਹਾ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਮੌਨੀ ਲੋਕ ਜਿਹੜੇ ਆ ਨਾ, ਮੌਨ ਧਾਰਨ ਕਰਨ ਵਾਲੇ ਵੀ ਜਿਹੜੇ ਆ, ਜਿੰਨਾ ਕਿ ਮੌਨ ਧਾਰਨ ਕਰਦੇ ਉਦੋਂ ਜ਼ਿਆਦਾ ਮਤਲਬ ਇਹ ਮਤਲਬ ਲੋਕਾਂ ਨੂੰ ਸਲੇਟਾਂ ਤੇ ਲਿਖ ਕੇ ਜ਼ਿਆਦਾ ਬੋਲਦੇ ਆ। ਤੇ ਇਹ ਐਂ ਸਮਝਦੇ ਆ ਕਿ ਅਸੀਂ ਲਿਵ ਧਾਰਨ ਕਰ ਲਈ ਹੈ, ਲਿਵ ਆਪਣੀ ਤਾਰ ਜਿਹੜੀ ਹੈ ਪਰਮਾਤਮਾ ਨਾਲ ਜੋੜ ਲਈ ਹੈ। ਪਰ ਅਸਲ ਗੱਲ ਇਹ ਹੁੰਦੀ ਹੈ ਕਿ ਇਹ ਮੌਨ ਜਿਹੜਾ ਇਹਨਾਂ ਦਾ ਸਫਲ ਨਹੀਂ ਹੁੰਦਾ। ਔਰ ਮੌਨ ਤਾਂ ਕੀਤਾ ਹੁੰਦਾ ਪਰ ਅੱਖਰਾਂ ਨਾਲ ਸਲੇਟਾਂ ਤੇ ਲਿਖ ਕੇ ਜਿਹੜਾ ਹੈ ਜ਼ਿਆਦਾ ਉਦੋਂ ਵੀ ਜ਼ਿਆਦਾ ਇਹ ਬੋਲਣ ਦੀ ਕੋਸ਼ਿਸ਼ ਕਰਦੇ ਔਰ ਪਰਮਾਤਮਾ ਤੋਂ ਇਹ ਦੂਰ ਹੋ ਜਾਂਦੇ। ਹੁਣ ਗੁਰੂ ਸਾਹਿਬ ਕਹਿੰਦੇ ਆ ਕਿ ਇਸ ਤਰ੍ਹਾਂ ਦੀ ਕੁਦਰਤ ਪਰਮਾਤਮਾ ਨੇ ਬਣਾਈ ਹੋਈ ਹੈ। ਤੇ ਗੁਰੂ ਸਾਹਿਬ ਕਹਿੰਦੇ ਆ, ਕੁਦਰਤ ਕਵਣ ਕਹਾ ਵਿਚਾਰ। ਭਾਈ ਇਸ ਕੁਦਰਤ ਦਾ ਹੁਣ ਕਿਹਨੇ ਵਿਚਾਰ ਕੀਤਾ? ਕਹਿੰਦੇ ਗੁਰੂ ਸਾਹਿਬ ਕਹਿੰਦੇ ਵੀ ਕੋਈ ਵਿਚਾਰ ਨਹੀਂ ਕਰ ਸਕਦਾ।
ਵਾਰਿਆ ਨਾ ਜਾਵਾ ਇੱਕ ਵਾਰ। ਕਹਿੰਦੇ ਵੀ ਜੇ ਅਸੀਂ ਕਰੀਏ ਵੀ ਵਾਰ ਲਈਏ ਇਸ ਕੁਦਰਤ ਤੋਂ ਆਪਣੇ ਆਪ ਨੂੰ ਨਿਸ਼ਾਵਰ ਕਰ ਦਈਏ, ਤੇ ਗੁਰੂ ਸਾਹਿਬ ਕਹਿੰਦੇ ਵੀ ਅਸੀਂ ਉਹ ਵੀ ਨਹੀਂ ਕਰ ਸਕਦੇ ਕਿ ਅਸੀਂ ਕੁਦਰਤ ਤੋਂ ਆਪਣੇ ਆਪ ਨੂੰ ਨਿਸ਼ਾਵਰ ਨਹੀਂ ਕਰ ਸਕਦੇ, ਕੁਦਰਤ ਦੇ ਕਰਤਾ ਤੋਂ ਅਸੀਂ ਆਪਣੇ ਆਪ ਨੂੰ ਨਿਸ਼ਾਵਰ ਨਹੀਂ ਕਰ ਸਕਦੇ। ਸਿਰਫ ਅਸੀਂ ਇੰਨਾ ਕਹਿਣ ਜੋਗੇ ਹਾਂ, ਸਾਡੇ ਕੋਲ ਇੰਨੀ ਹੀ ਸ਼ਕਤੀ ਹੈ ਕਿ ਅਸੀਂ ਉਸ ਪਰਮਪਿਤਾ ਪਰਮਾਤਮਾ ਨੂੰ ਨਤਮਸਤਕ ਹੋ ਕੇ ਇਹ ਕਹਿ ਸਕਦੇ ਹਾਂ ਕਿ ਜੋ ਤੁਧ ਭਾਵੈ ਸਾਈ ਭਲੀਕਾਰ। ਹੇ ਪਰਮਪਿਤਾ ਪਰਮਾਤਮਾ, ਜੋ ਤੈਨੂੰ ਪਾਉਂਦਾ ਹੈ, ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਭਲੀ ਕਾਰ ਹੈ, ਉਹੀ ਭਲੀ ਕਿਰਤ ਹੈ ਸੱਚੇ ਪਾਤਸ਼ਾਹ। ਇਹ ਇਸ ਕਰਕੇ ਮਤਲਬ ਸਾਡੇ ਕੋਲ ਇੱਕੋ ਹੀ ਪਰਮਾਤਮਾ ਦੀ ਵਡਿਆਈ ਕਰਨ ਦਾ ਰਸਤਾ ਹੈ ਕਿ ਅਸੀਂ ਉਸ ਨੂੰ ਇਹ ਕਹਿ ਦਈਏ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਪਰਮਪਿਤਾ ਪਰਮਾਤਮਾ, ਹੇ ਨਿਰੰਕਾਰ, ਹੇ ਨਿਰਾਕਾਰ, ਨਾ ਜਿਸ ਦਾ ਕੋਈ ਰੂਪ ਹੈ, ਨਾ ਜਿਸ ਦਾ ਕੋਈ ਰੰਗ ਹੈ, ਨਾ ਕੋਈ ਰੇਖ ਹੈ, ਨਾ ਕੋਈ ਭੇਖ ਹੈ, ਨਾ ਕੋਈ ਜੰਮਦਾ ਹੈ, ਨਾ ਮਰਦਾ ਹੈ, ਉਹ ਅਵਿਨਾਸੀ ਹੈ, ਉਹ ਨਿਰੰਕਾਰ ਜਿਹੜਾ ਹੈ ਸਦਾ ਸਲਾਮਤ ਹੈ। ਇਹ ਅਸੀਂ ਉਸ ਨੂੰ ਕਹਿ ਸਕਦੇ ਹਾਂ ਉਸ ਦੀ ਵਡਿਆਈ ਦੇ ਵਿੱਚ। ਇਸ ਤਰ੍ਹਾਂ ਦੇ ਨਾਲ ਗੁਰਮੁਖ ਪਿਆਰਿਓ, ਅਸੀਂ ਗੁਰੂ ਸਾਹਿਬ ਦੀ ਜਪਜੀ ਸਾਹਿਬ ਦਾ ਬਾਣੀ ਦਾ ਜੋ ਗੁਰਬਾਣੀ ਹੈ, ਪਵਿੱਤਰ ਬਾਣੀ ਹੈ, ਸਾਨੂੰ ਬਹੁਤ ਗਿਆਨ ਬਖਸ਼ਦੀ ਹੈ। ਅਸੀਂ ਉਸ ਦਾ ਵਿਚਾਰ ਕਰਦੇ ਹਾਂ। ਜਿੰਨੀ ਕੁ ਪ੍ਰਮਾਤਮਾ ਦੀ ਸੂਝ ਸਾਨੂੰ ਬਖਸ਼ੀ ਜਾਂਦੀ ਹੈ, ਪ੍ਰਮਾਤਮਾ ਸਾਨੂੰ ਬੁਲਾਉਂਦਾ ਹੈ, ਅਸੀਂ ਬੋਲ ਦਿੰਦੇ ਹਾਂ। ਔਰ ਇੰਨੀਆਂ ਵਿਚਾਰਾਂ ਜੇ ਤੁਸੀਂ ਵੀ ਆਪਣੇ ਇਸ ਸਥਾਨ ਦੇ ਵਾਹਿਗੁਰੂ ਜੋਤ ਸਾਹਿਬ दरकार अवतार सिंह पुरवा जी सुदामा नगर हरिपुरा रोड विखे पहुँच के अगर सरवण करो तो आप जी नूं भी बहुत ज्ञान की प्राप्ति हो सकती है, जिस दे नाल सानू परमात्मा दे नाल मिलन करन दा एक सुनहरी अवसर जिहड़ा है वो प्राप्त हो जाता है। एक रस्ता सानू मिल जाता है, ज्ञान की प्राप्ति हो जाती है, ज्ञान प्रकाश प्राप्त होना शुरू हो जाता है और असी विचार करके उस परमपिता परमात्मा के नज़दीक हो सकते। तो साध संगत जी इन्नियां विचारां करता होया दास क्षमा दा जाचक है। अगे पौड़ी जो असी पढ़ांगे, असंख मूर्ख अंधघोर, असंख चोर हरामखोर, ये हाले विचार चल रहा कुदरत का। गुरु साहब अगे होर सानूं दसणगे, ये अगले हफ्ते आपां विचार करांगे। इन्नियां विचारां करते हुए दास क्षमा दा जाचक है। विचार दे विच कोई त्रुटि महसूस होवे, क्योंकि गुरबाणी अथाह सागर है, कोई इसका विचार नहीं कर सकता। जिन्ना क परमात्मा सानूं बख्शिश करता असी उन्ना क तुहानूं बोल के सुना सकते, ਅਸੀਂ ਵਿਚਾਰ ਕਰ ਸਕਦੇ। तो सतगुरु साहिब श्री गुरु परमपिता परमात्मा साहिब श्री गुरु ग्रंथ साहिब जी साहिब श्री गुरु साडे गुरु साहिबान साडे दास दे उत्ते किरपा करन, ताकि सानू ये ज्ञान की प्राप्ति, ज्ञान प्रकाश की प्राप्ति होवे और असी परमपिता परमात्मा दे नतमस्तक होके अपने जीवन नू उस दे चरणों दे विच समर्पित कर सकीए। इन्नियां विचारां